ਇਸ ਤੋਂ ਇਲਾਵਾ ਆਪਾਂ ਇਹ ਦੇਖਦੇ ਹੈਗੇ ਹਾਂ ਵੀ ਜਿਹੜੀ ਸਰਕਾਰ ਜਾਂ ਮਤਲਬ ਔਰਤਾਂ ਨੂੰ 47% ਤੋਂ ਉੱਪਰ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਹੈਗਾ, ਪਰ ਜੇ ਆਪਾਂ ਦੇਖੀਏ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਜਾਂ ਈਵਨ ਪੰਚਾਇਤਾਂ ਤੱਕ ਜਿਹੜਾ ਹੈਗਾ ਔਰਤਾਂ ਨੂੰ ਉਹ ਮਤਲਬ ਉਹਦੀ ਹਿੱਸੇਦਾਰੀ ਬਹੁਤ ਘੱਟ ਹੈਗੀ ਆ। ਅਤੇ ਜੇ ਉਹ ਹੈਗੀ ਵੀ ਆ ਤਾਂ ਈਵਨ ਆਪਾਂ ਦੇਖਦੇ ਵੀ ਪਿੰਡਾਂ ਦੇ ਵਿੱਚ ਜੇ ਪੰਚਾਇਤ ਮਤਲਬ ਪੰਚ ਜਾਂ ਸਰਪੰਚ ਔਰਤਾਂ ਚੁਣੀਆਂ ਜਾਂਦੀਆਂ ਤਾਂ ਉਹ ਮਰਦ ਹੀ ਪੰਚੀ ਜਾਂ ਸਰਪੰਚੀ ਕਰਦੇ ਹੈਗੇ ਆ। ਤਾਂ ਇਹ ਚੀਜ਼ ਵੀ ਹੈਗੀ ਆ। ਇੱਕ ਇਹ ਗੱਲ ਵੀ ਹੈਗੀ ਆ ਵੀ ਜਿਹੜੀ ਔਰਤ ਜੇ ਕਿਸੇ ਨੂੰ ਗੁਲਾਮ ਕਰਨਾ ਹੈਗਾ ਤਾਂ ਉਹਨੂੰ ਮਾਨਸਿਕ ਤੌਰ 'ਤੇ ਗੁਲਾਮ ਕੀਤਾ ਜਾਂਦਾ, ਅਤੇ ਉਹ ਔਰਤ ਨੂੰ ਵੀ ਮਾਨਸਿਕ ਤੌਰ ਦੇ ਉੱਤੇ ਮਤਲਬ ਜਿਹੜੇ ਭਾਰਤੀ ਔਰਤ ਹੈਗੀ ਉਹਨੂੰ ਸੰਸਕਾਰੀ, ਆਗਿਆਕਾਰੀ, ਸੁਸ਼ੀਲ ਬਣਾ ਕੇ ਜਾਂਦੀ, ਉਹਨੂੰ ਵੜਿਆ ਕੇ ਮਤਲਬ ਰੱਖਿਆ ਜਾਂਦਾ ਹੈਗਾ। ਅਤੇ ਉਹਦੇ ਵਿੱਚ ਫਿਰ ਜਿਹੜਾ ਧਰਮ ਦਾ ਇੱਕ ਵੱਡਾ ਹਿੱਸਾ ਇਹ ਹੈਗਾ, ਮਤਲਬ ਉਹ ਪਹਿਲਾਂ ਤਾਂ ਇੱਕ ਤਾਂ ਉਹਨੂੰ ਭੰਡਦਾ ਹੀ ਹੈਗਾ ਵੀ ਮਤਲਬ ਇਹਦੀ ਔਰਤ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈਗੀ ਹੈ, ਜਾਂ 360 ਚਲਿੱਤਰ ਨਾਰ ਦੇ ਵਰਗੇ ਜਿਹੜੇ ਮਤਲਬ ਕਿੱਸਿਆਂ ਦੇ ਵਿੱਚ ਜਾਂ ਮਤਲਬ ਆਪਾਂ ਦੇਖਦੇ ਹੈਗੇ ਵੀ ਸੱਭਿਆਚਾਰ ਦੇ ਵਿੱਚ ਆਮ ਹੀ ਪ੍ਰਚਲਿਤ ਗੱਲਾਂ ਹੈਗੀਆਂ ਨੇ। ਅਤੇ ਇਸ ਕਾਰਨ ਕਰਕੇ ਜਾਂਦੀ ਉਹਨੂੰ ਇਹ ਮੰਨਿਆ ਜਾਂਦਾ ਹੈਗਾ ਵੀ ਮਰਦ ਹੀ ਉਹਦਾ ਮਤਲਬ ਸਹਾਰਾ ਹੈਗਾ, ਵੀ ਉਹ ਇਕੱਲੀ ਸਫ਼ਰ ਨਹੀਂ ਕਰ ਸਕਦੀ। ਜੇ ਕੋਈ ਸਫ਼ਰ ਕਰਦੀ ਹੈ ਜਾਂ ਰਾਤ ਬਰਾਤੇ ਬਾਹਰ ਨਿਕਲਦੀ ਹੈ ਤਾਂ ਬਲਾਤਕਾਰ ਦੀਆਂ ਜਾਂ ਛੇੜਛਾੜ ਦੀਆਂ ਘਟਨਾਵਾਂ ਉਹਨੂੰ ਮਤਲਬ ਸਾਹਮਣਾ ਕਰਨਾ ਪੈਂਦਾ ਹੈਗਾ। ਅਤੇ ਬਹੁਤ ਥਾਵਾਂ ਦੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਵੀ ਹੈਗੇ ਹਾਂ ਵੀ ਇਸ ਹੱਦ ਤੱਕ ਔਰਤ ਗੁਲਾਮ ਹੋਈ ਵੀ ਆ ਵੀ ਉਹ ਮਤਲਬ ਜੇ ਪਤੀ ਵੱਲੋਂ ਜਾਂ ਮਰਦ ਵੱਲੋਂ ਕੁੱਟਮਾਰ ਵੀ ਕੀਤੀ ਜਾਂਦੀ ਉਹਨੂੰ ਜਾਇਜ਼ ਹੀ ਠਹਿਰਾਉਂਦੀਆਂ ਹੈਗੀਆਂ ਜਾਂਦੀ। ਔਰਤਾਂ ਆਮ ਹੀ ਪਿੰਡਾਂ ਦੇ ਵਿੱਚ ਗੱਲਾਂ ਕਰਦੀਆਂ ਹੀ ਹੈਗੀਆਂ ਨੇ, ਮਤਲਬ ਦੇਖਦੇ ਆ ਵੀ ਇਸ ਹੱਦ ਤੱਕ ਮਾਨਸਿਕ ਗੁਲਾਮੀ ਬਣ ਗਈ। ਜਿਵੇਂ ਇੱਕ ਸਰਵੇ ਦੇ ਵਿੱਚ ਇੱਕ ਅੰਕੜਾ ਵੀ ਸਾਹਮਣੇ ਆਇਆ ਵੀ 46% ਔਰਤਾਂ ਨੇ ਇਹ ਦਿਖਾਇਆ ਹੈਗਾ ਵੀ ਜੇ ਉਹਨਾਂ ਦੇ ਪਤੀ ਉਹਨਾਂ ਦੀ ਕੁੱਟਮਾਰ ਕਰਦੇ ਆ ਤਾਂ ਉਹ ਜਾਇਜ਼ ਹੀ ਕਰਦੇ ਹੈਗੇ ਆ। ਤਾਂ ਹੁਣ ਆਪਾਂ ਜਿਹੜਾ ਦੇਖਦੇ ਇਸ ਤੋਂ ਬਾਅਦ ਜਿਹੜੇ ਕਾਨੂੰਨ ਨੇ ਮਤਲਬ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਹੁਣ ਤੱਕ ਕਿੰਨੇ ਕਾਨੂੰਨ ਔਰਤਾਂ ਦੇ ਹੱਕ ਦੇ ਵਿੱਚ ਬਣੇ ਹੋਏ ਹੈਗੇ, ਚਾਹੇ ਉਹ ਰਾਖਵੀਕਰਨ ਨੂੰ ਆ, ਭਰੂਣ ਹੱਤਿਆ ਰੋਕੂ ਐਕਟ ਹੈਗਾ, ਜਾਂ ਉਹ ਦਾਜ ਤੇ ਬਾਲ ਵਿਆਹ ਰੋਕੂ ਐਕਟ ਹੈਗਾ। ਇਹ ਸਾਰੀਆਂ ਐਕਟ ਬਹੁਤ ਸਾਰੇ ਬਣੇ ਹੋਏ ਆ, ਪਰ ਉਹ ਸਿਰਫ ਕਾਗਜ਼ਾਂ ਦਾ ਜਾਂ ਸੰਵਿਧਾਨ ਦਾ ਇੱਕ ਸ਼ਿੰਗਾਰ ਕਾਗਜ਼ਾਂ ਦਾ ਬਣ ਕੇ ਰਹੇ ਹੋਏ ਆ। ਇਹਦੇ ਬਾਵਜੂਦ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਔਰਤਾਂ ਦੀ ਜਿਹੜੀ ਹਾਲਤ ਹੈਗੀ ਆ ਉਹ ਉਦੋਂ ਜ਼ਿਆਦਾ ਆ। ਇੱਕ ਆਪਾਂ ਨੂੰ ਇਹ ਪਤਾ ਵੀ ਮਹਿੰਗੀ ਅਤੇ ਗੁੰਝਲਦਾਰ ਅਤੇ ਜਿਹੜੀ ਖੱਜਲ ਖੁਆਰ ਕਰਨ ਵਾਲੀ ਭਾਰਤੀ ਨਿਆਂ ਪ੍ਰਣਾਲੀ ਹੈਗੀ ਆ, ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ, ਅਤੇ ਉਹ ਪੁਲਿਸ ਦੇ ਜਾਂ ਕੋਰਟ ਕਚਹਿਰੀਆਂ ਦੇ ਚੱਕਰ ਕੱਟ ਕੇ ਮਤਲਬ ਕੱਟਦੀਆਂ ਰਹਿੰਦੀਆਂ, ਅਤੇ ਬਹੁਤ ਸਾਰੇ ਕੇਸ ਵੀ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਹੈਗੇ ਆ। ਤਾਂ ਇਹ ਆਪਾਂ ਨੂੰ ਦੇਖਣ ਨੂੰ ਮਿਲਦਾ। ਇੱਕ ਵਿਗਾੜ ਇਹ ਵੀ ਹੈਗਾ ਵੀ ਬਹੁਤੀ ਵਾਰੀ ਜਿਹੜੇ ਨਾਰੀਵਾਦੀ ਅੰਦੋਲਨ ਆ ਉਹ ਵੀ ਜਾਂ ਮਤਲਬ ਔਰਤਾਂ ਵੀ ਇਹ ਸਮਝ ਲੈਂਦੀਆਂ ਵੀ ਮਰਦ ਉਹਨਾਂ ਦੀ ਮਤਲਬ ਦਾਬੇ ਦਾ ਉਹਨਾਂ ਦੇ ਉੱਤੇ ਦਾਬੇ ਦਾ ਮਤਲਬ ਜ਼ਿੰਮੇਵਾਰ ਆ, ਇਕੱਲਾ ਮਰਦ ਹੀ ਨਹੀਂ ਹੈਗਾ। ਜੇ ਮਤਲਬ ਜੇ ਆਪਾਂ ਇਹ ਦੇਖਣਾ ਹੋਵੇ ਵੀ ਇੱਕ ਮਜ਼ਦੂਰ ਜਾਂ ਇੱਕ ਕਿਸਾਨ ਉਹ ਖੁਦ ਵੀ ਪੀੜਤ ਹੈਗਾ ਉਸ ਮਤਲਬ ਪ੍ਰਬੰਧ ਦੇ ਅੰਦਰ, ਜਿੰਨੀ ਗੈਰ ਬਰਾਬਰੀ ਹੈਗੀ ਆ ਜਾਂ ਮਤਲਬ ਕਿੰਨੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੋਂ ਉਹ ਵੀ ਖੁਦ ਵੀ ਪੀੜਤ ਹੈਗਾ। ਪਰ ਇਹਦੇ ਵਿੱਚ ਔਰਤ ਦੀ ਹਾਲਤ ਇਸ ਕਰਕੇ ਵੱਖ ਹੋ ਜਾਂਦੀ ਹੈ ਵੀ ਉਹ ਦੋਹਰੀ ਗੁਲਾਮੀ ਦਾ ਜਾਂ ਦੋਹਰੇ ਦਾਬੇ ਦਾ ਸ਼ਿਕਾਰ ਹੁੰਦੀ ਹੈਗੀ। ਇੱਕ ਤਾਂ ਮਰਦ ਪ੍ਰਧਾਨਤਾ ਦਾ, ਅਤੇ ਦੂਸਰਾ ਜਿਹੜਾ ਹੈਗਾ ਇਸ ਮਤਲਬ ਸਟੇਟ ਵੱਲੋਂ ਜਾਂ ਰਾਜਕੀ ਪ੍ਰਬੰਧ ਵੱਲੋਂ ਜਾਂ ਵਿਵਸਥਾ ਵੱਲੋਂ ਜਿਹੜੀ ਹੁੰਦੀ ਹੈ ਸਥਾਪਤੀ ਹੁੰਦੀ ਆ ਉਹਦੇ ਵੱਲੋਂ ਵੀ ਜਿਹੜੀ ਲੁੱਟ ਕੀਤੀ ਜਾਂਦੀ ਹੈ, ਉਹਦੀ ਕਿਰਤ ਦੀ ਲੁੱਟ ਵੀ ਕੀਤੀ ਜਾਂਦੀ ਹੈ, ਤਾਂ ਉਹਦਾ ਵੀ ਸ਼ਿਕਾਰ ਹੁੰਦੀ ਹੈਗੀ ਆ। ਤਾਂ ਹੁਣ ਇਹਦੇ ਵਿੱਚੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਦੇਖਣ ਨੂੰ ਮਿਲਦੀਆਂ ਹੈਗੀਆਂ ਵੀ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਚਾਹੇ ਕਬਾਇਲੀ ਖੇਤਰਾਂ ਦੇ ਵਿੱਚ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈਗੀਆਂ ਨੇ, ਪੁਲਿਸ ਹੈਗੀ ਆ, ਉਹਨਾਂ ਵੱਲੋਂ ਮਤਲਬ ਜਾਂ ਉਹਨਾਂ ਦੇ ਪਾਲੇ ਹੋਏ ਗੁੰਡਿਆਂ ਵੱਲੋਂ ਜਾਂ ਮਤਲਬ ਜਿਹੜੇ ਇਹਨਾਂ ਵੱਡੇ ਘਰਾਣਿਆਂ ਦੇ ਕਾਕੇ ਹੈਗੇ ਆ ਉਹਨਾਂ ਵੱਲੋਂ ਮਤਲਬ ਜਿਹੜੇ ਹੈਗੇ ਆ ਵੀ ਉਹ ਉੱਥੋਂ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਜਿਹੜੇ ਹੈਗੇ ਆ ਉਹਦੀਆਂ ਘਟਨਾਵਾਂ ਕਿੰਨੀਆਂ ਹੀ ਸਾਹਮਣੇ ਆਈਆਂ ਹੈਗੀਆਂ। ਜਿਵੇਂ ਜਿਹੜੀ ਮਨੀਪੁਰ ਦੇ ਵਿੱਚ ਮਨੋਰਮਾ ਸੀਗੀ, ਉਹਦੇ ਨਾਲ ਬਲਾਤਕਾਰ ਕੀਤਾ, ਫਿਰ ਉਹਦੇ ਜਣਨ ਅੰਗਾਂ ਤੇ ਛਾਤੀਆਂ ਦੇ ਵਿੱਚ 5 ਗੋਲੀਆਂ ਮਾਰ ਕੇ ਉਹਨੂੰ ਮਾਰਿਆ ਗਿਆ। ਮਤਲਬ ਇਸੇ ਤਰ੍ਹਾਂ ਹੀ ਜਿਵੇਂ ਮਨੀਪੁਰ ਦੇ ਵਿੱਚ ਔਰਤਾਂ ਨੇ ਜਿਹੜਾ ਅਸਮ ਰਾਈਫਲਸ ਹੈਗਾ ਉਹ 'ਤੇ ਮੂਹਰੇ ਜਾ ਕੇ ਉਹਨਾਂ ਨੇ ਮੁਜ਼ਾਹਰਾ ਕੀਤਾ, ਅਤੇ ਉਹਨਾਂ ਨੂੰ ਈਵਨ ਇੱਥੋਂ ਤੱਕ ਬੇਸ਼ਰਮੀ ਦਿੱਤੀ ਭਾਰਤੀ ਫੌਜ ਨੂੰ, ਇਹ ਕਿਹਾ ਵੀ ਆਓ ਸਾਡੇ ਨਾਲ ਬਲਾਤਕਾਰ ਕਰੋ ਜਾਂਦੀ ਨਗਨ ਅਵਸਥਾ ਦੇ ਵਿੱਚ ਉਹਨਾਂ ਨੇ ਉੱਥੇ ਪ੍ਰੋਟੈਸਟ ਕਰਨ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ। ਜਿਵੇਂ ਛੱਤੀਸਗੜ੍ਹ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸੋਨੀ ਸ਼ੋਰੀ ਜਿਹੜੀ ਹੈਗੀ ਆ ਉਹਦੇ ਮਤਲਬ ਜਣਨ ਅੰਗਾਂ ਦੇ ਵਿੱਚ ਪੱਥਰ ਤੱਕ ਜਾਂ ਮਤਲਬ ਭਰ ਦਿੱਤੇ ਗਏ ਸੀਗੇ। ਜਾਂ ਜਿਵੇਂ ਹੁਣ ਬਹੁਤ ਸਾਰੇ ਜਿਹੜੇ ਕਸ਼ਮੀਰ ਦੇ ਵਿੱਚ ਮਤਲਬ ਬਹੁਤ ਸਾਰੇ ਜਿਹੜੇ ਲਾਪਤਾ ਹੋਏ ਹੈਗੇ ਆ ਮਰਦ, ਉਹਨਾਂ ਦੀਆਂ ਜਿਹੜੀਆਂ ਵਿਆਹੀਆਂ ਹੋਈਆਂ ਜਾਂ
ਜਿਹੜੀਆਂ ਪਤਨੀਆਂ ਹੈਗੀਆਂ ਨੇ ਉਹ ਨਾ ਵਿਧਵਾ ਦੇ ਵਿੱਚ ਹੈਗੀਆਂ, ਨਾ ਉਹ ਸੁਹਾਗਣਾ ਦੇ ਵਿੱਚ ਹੈਗੀਆਂ ਨੇ। ਇਵੇਂ ਹੀ ਆਪਾਂ ਦੇਖਦੇ ਹਾਂ ਵੀ ਜੈਸਿਕਾ ਲਾਲ ਕਾਂਡ ਹੈਗਾ, ਤੰਦੂਰ ਕਾਂਡ ਹੈਗਾ, ਦਾਮਨੀ ਕਾਂਡ ਆ, ਪੱਤਰਕਾਰ ਜਿਹੜੀ ਸ਼ਿਵਾਨੀ ਹੈਗਾ ਉਹਦਾ ਕਤਲ ਹੋਇਆ। ਤਾਂ ਇਹਦੇ ਵਿੱਚ ਸਾਰੇ ਦੇ ਵਿੱਚ ਪਿੱਛੇ ਜਾਂਦੀ ਜਿਹੜੇ ਅਸਰ ਰਸੂਖ ਰੱਖਦੇ ਘਰਾਣਿਆਂ ਦੇ ਕਾਕੇ ਹੈਗੇ ਆ, ਉਹ ਚਾਹੇ ਉਹ ਕਰਨਜੀਤ ਕੌਰ ਦਾ ਵੀ ਹੋਵੇ, ਮਹਿਲ ਕਲਾਂ ਦਾ, ਤਾਂ ਇਹ ਚੀਜ਼ਾਂ ਸਾਰੀਆਂ ਹੈਗੀਆਂ ਵੀ ਇੱਕ ਰਾਜ ਮਸ਼ੀਨਰੀ ਦੀ ਜਿਹੜੀ ਪੁਲਿਸ ਹੈਗੀ ਆ ਅਤੇ ਜਿਹੜੀ ਪੈਰਾਮਿਲਟਰੀ ਫੋਰਸਿਸ ਹੈਗੀਆਂ ਨੇ, ਜਾਂ ਮਤਲਬ ਇਸ ਹੱਦ ਤੱਕ ਇਹਦਾ ਪੂਰੀ ਰਾਜ ਮਸ਼ੀਨਰੀ ਦਾ ਭਾਰਤੀ ਦਾ ਅਪਰਾਧੀਕਰਨ ਹੋ ਚੁੱਕਿਆ ਹੈਗਾ, ਅਤੇ ਜਿਹਦੇ ਵਿੱਚ ਉਹ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੈਗੇ ਆ। ਤਾਂ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਮਤਲਬ ਵੀ ਇਹਦੇ ਕਾਰਨ ਕੀ ਨੇ, ਮਤਲਬ ਕਾਰਨ ਇਹਦੇ ਵੀ ਜਿਹੜੀ ਨਿੱਜੀ ਜਾਇਦਾਦ ਹੈਗੀ ਆ, ਜਾਇਦਾਦ ਦੇ ਉੱਤੇ ਜਾਂਦੀ ਮਰਦ ਦਾ ਕਬਜ਼ਾ ਹੈਗਾ, ਅਤੇ ਪਰਿਵਾਰ ਦੇ ਵਿੱਚ ਉਹਦਾ ਮੁਖੀ ਮੰਨਿਆ ਜਾਂਦਾ ਹੈਗਾ, ਅਤੇ ਉਹਦੇ ਵਿੱਚੋਂ ਜਿਹੜੀ ਔਰਤ ਦੀ ਹੈਸੀਅਤ ਹੈਗੀ ਆ ਉਹ ਦੋਮ ਦਰਜੇ ਦੀ ਬਣ ਕੇ ਰਹੀ ਹੈਗੀ ਆ। ਪਰ ਇਹ ਸਾਰੀਆਂ ਅਲਾਮਤਾਂ ਹੋਣ ਦੇ ਬਾਵਜੂਦ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ, ਜਿੰਨੀਆਂ ਕਿ ਆਪਾਂ ਹੁਣ ਤੱਕ ਗਿਣੀਆਂ ਹੈਗੀਆਂ ਵੀ ਔਰਤਾਂ ਇਹ ਫੇਸ ਕਰਦੀਆਂ ਹੈਗੀਆਂ, ਉਹਦੇ ਨਾਲ ਹਰ ਚੀਜ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵਿਤਕਰਾ ਹੁੰਦਾ। ਤਾਂ ਸਮਾਜ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਦੇਖਦੇ ਹੈਗੇ ਵੀ ਤੁਸੀਂ ਆਮ ਹੀ ਦੇਖੋਗੇ ਵੀ ਜਿਹੜੀ ਚੀਜ਼ ਕਮਜ਼ੋਰ ਹੈਗੀ ਆ, ਆਕਾਰ ਦੇ ਵਿੱਚ ਛੋਟੀ ਹੈਗੀ ਆ, ਉਹ ਚਾਹੇ ਇੱਕ ਭਾਸ਼ਾਈ ਨੁਕਤਾ ਹੀ ਹੈਗਾ, ਪਰ ਮਤਲਬ ਇਹ ਚੀਜ਼ਾਂ ਹੈਗੀਆਂ ਨੇ, ਮਤਲਬ ਮਾਨਸਿਕ ਤੌਰ 'ਤੇ ਕੰਮ ਕਰਦੀਆਂ ਹੈਗੀਆਂ ਵੀ ਜਿਹੜੀ ਕਮਜ਼ੋਰ ਚੀਜ਼ ਹੈ ਜਾਂ ਆਕਾਰ ਦੇ ਵਿੱਚ ਛੋਟੀ ਆ, ਉਹਨੂੰ ਇਸਤਰੀ ਲਿੰਗ ਦੇ ਨਾਲ ਸੰਬੋਧਿਤ ਕੀਤਾ ਜਾਂਦਾ, ਅਤੇ ਜਿਹੜੀ ਆਕਾਰ ਦੇ ਵਿੱਚ ਵੱਡੀ ਚੀਜ਼ ਹੈਗੀ ਆ ਜਾਂ ਮਜ਼ਬੂਤ ਚੀਜ਼ ਹੈਗੀ ਆ, ਉਹਨੂੰ ਮਤਲਬ ਪੁਲਿੰਗ ਦੇ ਵਿੱਚ ਸੰਬੋਧਿਤ ਕੀਤਾ ਜਾਂਦਾ। ਜਿਵੇਂ ਹੁਣ ਵੀ ਸਾਗਰ ਆ, ਉਹਨੂੰ ਸਾਗਰ ਕਿਹਾ ਜਾਂਦਾ, ਅਤੇ ਵੀ ਉਹਨੂੰ ਪੁਲਿੰਗ ਦੇ ਨਾਲ ਸੰਬੋਧਿਤ ਹੋਇਆ ਜਾਂਦਾ, ਅਤੇ ਜਿਹੜੀ ਨਦੀ ਆ ਉਹਨੂੰ ਇਸਤਰੀ ਲਿੰਗ ਨਾਲ ਸੰਬੋਧਿਤ ਹੋਇਆ। ਜਿਵੇਂ ਰੱਸਾ ਕੋਈ ਬਹੁਤ ਵੱਡੀ ਮਜ਼ਬੂਤ ਚੀਜ਼ ਹੈਗੀ ਆ, ਤਾਂ ਉਹਨੂੰ ਪੁਲਿੰਗ ਦੇ ਨਾਲ ਸੰਬੋਧਿਤ ਹੋਇਆ ਜਾਂਦਾ। ਰੱਸੀ ਜਿਵੇਂ ਕੋਈ ਬਹੁਤ ਹੀ ਵਿਚਾਰੀ ਨਿਮਾਣੀ ਜਾਂ ਬਹੁਤ ਕਮਜ਼ੋਰ, ਅਤੇ ਮਤਲਬ ਇਹ ਮਾਨਸਿਕਤਾ ਜਿਹੜੀ ਹੈਗੀ ਆ ਸਮਾਜ ਦੇ ਵਿੱਚ, ਜਦੋਂ ਆਪਾਂ ਆਮ ਭਾਸ਼ਾ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਹੈਗੀਆਂ, ਤਾਂ ਮਤਲਬ ਉਹ ਜਿਵੇਂ ਹੁਣ ਪਿਛਲੇ ਸਮੇਂ ਦੇ ਵਿੱਚ ਦਿੱਲੀ ਅਤੇ ਪੰਜਾਬ ਵਾਲਾ, ਵੀ ਜਿਵੇਂ ਪੰਜਾਬ ਇੱਕ ਮਰਦਾਵੀ ਸੋਚ ਦਾ ਪ੍ਰਤੀਕ ਬਣ ਗਿਆ ਸੀ ਵੀ ਦਿੱਲੀ ਜਿੱਤਣੀ ਆ, ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਿਹੜਾ ਇਹ ਚੀਜ਼ਾਂ ਵੀ ਚਾਹੇ ਉਹ ਭਾਸ਼ਾਈ ਨੁਕਤੇ ਦੇ ਤੌਰ 'ਤੇ ਹੀ ਆ, ਪਰ ਉਹ ਹੈਗੀਆਂ ਨੇ। ਅਤੇ ਹੁਣ ਇਹਦੇ ਨਾਲ ਜੇ ਇਹ ਸਾਰੀਆਂ ਅਲਾਮਤਾਂ ਹੈਗੀਆਂ ਨੇ, ਤਾਂ ਉਹਦੇ ਪਿੱਛੇ ਆਪਾਂ ਦੇਖਦੇ ਹੈਗੇ ਹਾਂ ਵੀ ਜਿਹੜੇ ਨਵੀਆਂ ਚੀਜ਼ਾਂ ਆ ਰਹੀਆਂ ਹੈਗੀਆਂ ਨੇ, ਉਹਦੇ ਵਿੱਚ ਇੱਕ ਪ੍ਰੋਬਲਮ ਇਹ ਆ ਰਹੀ ਹੈ ਵੀ ਔਰਤਾਂ ਨੂੰ ਇਹ ਸਿਸਟਮ ਜਿਹੜਾ ਹੈਗਾ, ਉਹਨਾਂ ਨੂੰ ਵੀ ਉਹ ਚੇਤਨ ਨਾ ਹੋ ਜਾਣ ਸਮਾਜਿਕ ਤੌਰ 'ਤੇ, ਅਤੇ ਉਹ ਜਥੇਬੰਦ ਨਾ ਹੋ ਜਾਣ। ਇਸ ਕਰਕੇ ਉਹ ਆਪਦੀਆਂ ਲੋੜਾਂ ਦੇ ਮੁਤਾਬਕ ਇੱਕ ਹੱਦ ਤੱਕ ਜਿੱਥੇ ਤਾਂ ਉਹਨਾਂ ਨੂੰ ਲੋੜ ਹੁੰਦੀ ਆ, ਤਾਂ ਉਹ ਘਰਾਂ ਦੀ ਚਾਰ ਦੀਵਾਰੀ 'ਚ ਔਰਤ ਨੂੰ ਬਾਹਰ ਕੱਢ ਲਿਆਉਂਦੇ ਹੈਗੇ। ਜਿੱਥੇ ਉਹਨਾਂ ਨੂੰ ਲੱਗਦਾ ਵੀ ਨਹੀਂ, ਇਹਨਾਂ ਨੂੰ ਇੱਥੇ ਡੱਕ ਕੇ ਰੱਖਣਾ ਚਾਹੀਦਾ, ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ, ਜਿਵੇਂ ਪੰਜਾਬ ਦੇ ਅੰਦਰ ਡੇਰੇ ਹੈਗੇ ਆ, ਉਹ ਉਹਨਾਂ ਨੂੰ ਅਣਪੜ੍ਹਤਾ ਜਾਂ ਐਂ ਕਹਿ ਦਈਏ ਵੀ ਮਾਨਸਿਕ ਗੁਲਾਮੀ, ਜਾਂ ਉਹਨਾਂ ਨੂੰ ਉਹ ਦਕਿਆਨੂਸੀ ਜਾਂ ਪਿਛਾਕੜੀ ਸੋਚ ਦੇ ਨਾਲ ਬੰਨ੍ਹ ਕੇ ਰੱਖਣ ਦੇ ਲਈ, ਉਹਨਾਂ ਨੂੰ ਗੁਲਾਮ ਕਰਕੇ ਰੱਖਣ ਦੇ ਲਈ ਸਾਧਨ ਬਣ ਜਾਂਦੇ ਹੈਗੇ। ਫਿਰ ਉਹਨਾਂ ਨੂੰ ਵਰਤਦੇ ਹੈਗੇ ਆ, ਸਟੇਟ ਉਹਨਾਂ ਨੂੰ ਪ੍ਰਮੋਟ ਵੀ ਕਰਦੀ ਹੈਗੀ ਆ, ਜਾਂ ਉਹਨਾਂ ਨੂੰ ਆਸਰਾ ਜਾਂ ਢੋਈ ਦਿੰਦੀ ਹੈਗੀ ਆ। ਇਹ ਚੀਜ਼ਾਂ ਹੈਗੀਆਂ ਨੇ। ਹੁਣ ਕੁਝ ਚੀਜ਼ਾਂ ਬਦਲ ਵੀ ਰਹੀਆਂ ਨੇ, ਇਕੱਲਾ ਇਹ ਅਲਾਮਤਾਂ ਹੀ ਨਹੀਂ ਹੈਗੀਆਂ, ਕੁਝ ਚੀਜ਼ਾਂ ਬਦਲ ਵੀ ਰਹੀਆਂ ਨੇ। ਉਹਦੇ 'ਚ ਜੇ ਸਮਾਜਿਕ ਆਰਥਿਕ ਜਾਂ ਸਮਾਜਿਕ ਪੈਦਾਵਾਰੀ ਸੰਬੰਧ ਜਿਹੜੇ ਹੈਗੇ ਆ, ਉਹ ਤਬਦੀਲ ਹੋ ਰਹੇ ਆ, ਸਮਾਜ ਦੇ ਵਿੱਚ ਚੇਂਜ ਆ ਰਹੀ ਆ। ਤਾਂ ਹੁਣ ਪਿਛਲੇ ਕਿਸਾਨ ਸੰਘਰਸ਼ ਦੀ ਜੇ ਆਪਾਂ ਉਹ ਲਈਏ ਮਿਸਾਲ, ਤਾਂ ਉਹਦੇ ਵਿੱਚ ਦਿਹਾਤੀ ਖੇਤਰ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ, ਕਿਉਂਕਿ ਭਾਰਤ ਦਾ 70% ਹਿੱਸਾ ਜਿਹੜਾ ਖੇਤੀਬਾੜੀ 'ਤੇ ਨਿਰਭਰ ਹੈਗਾ, ਤਾਂ ਉਹਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਬਹੁਤ ਵੱਡੀ ਪੱਧਰ 'ਤੇ ਆ। ਤਾਂ ਉਹ ਜਿਹੜੀਆਂ ਘਰ ਦੀਆਂ ਚਾਰ ਦੀਵਾਰੀ ਦੀਆਂ ਵਲਗਣਾਂ ਤੋਂ ਬਾਹਰ ਹੋ ਕੇ, ਕੋਈ ਵੀ ਲਿੰਗਕ ਵਖਰੇਵੇਂ ਤੋਂ ਬਾਹਰ ਹੋ ਕੇ, ਮਰਦਾਂ ਦੇ ਨਾਲ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਉਹ ਸੰਘਰਸ਼ ਦੇ ਵਿੱਚ ਦਿੱਲੀ ਜਿਹੜਾ 3 ਖੇਤੀ ਕਾਨੂੰਨਾਂ ਦੇ ਖਿਲਾਫ ਚੱਲਿਆ ਸੀਗਾ, ਉਹਦੇ 'ਚ ਉਹ ਬਰਾਬਰ ਦੀ ਉਹਨਾਂ ਨੇ ਹਿੱਸੇਦਾਰੀ ਜਿਹੜੀ ਹੈਗੀ ਆ ਉਹ ਪਾਈ ਹੈਗੀ ਆ। ਜਿਵੇਂ ਭਾਰਤੀ ਸੰਵਿਧਾਨ ਕਹਿੰਦਾ ਵੀ ਹੈਗਾ ਵੀ ਵੀ ਮਨੁੱਖੀ ਅਧਿਕਾਰ ਦਿੰਦਾ ਵਿਰੋਧ ਕਰਨ ਦਾ। ਤਾਂ ਮਨੁੱਖੀ ਅਧਿਕਾਰ, ਜਦੋਂ ਆਪਾਂ ਮਨੁੱਖੀ ਅਧਿਕਾਰ ਦੀ ਗੱਲ ਕਰਦੇ ਹਾਂ, ਤਾਂ ਉਦੋਂ ਮਨੁੱਖ ਦੇ ਵਿੱਚ ਇਕੱਲਾ ਮਰਦ ਹੀ ਨਹੀਂ ਆਉਂਦਾ, ਔਰਤਾਂ ਵੀ ਉਸ ਮਨੁੱਖੀ ਅਧਿਕਾਰ ਦਾ ਹਿੱਸਾ ਹੈਗੀਆਂ ਨੇ। ਤਾਂ ਔਰਤਾਂ ਦੀ ਹਿੱਸੇਦਾਰੀ ਬੜੀ ਅਹਿਮ ਹੁੰਦੀ ਹੈ, ਕਿਉਂਕਿ ਜਿਹੜੀਆਂ ਪੀ ਸਾਈਨਾਥ ਨੇ ਕਿਹਾ ਵੀ ਹੈਗਾ ਵੀ ਖੇਤੀਬਾੜੀ 'ਚ 70% ਦੀ ਜਿਹੜੀ ਹਿੱਸੇਦਾਰੀ ਹੈਗੀ ਉਹ ਔਰਤਾਂ ਦੀ ਹੈਗੀ ਆ। ਤਾਂ ਇਸ ਸੰਘਰਸ਼ ਨੇ ਜਿੱਥੇ ਦਾ ਇਸ ਔਰਤਾਂ ਦੀ ਹਿੱਸੇਦਾਰੀ ਨੇ ਜਿੱਥੇ ਦਾ ਸੰਘਰਸ਼ ਨੂੰ ਸ਼ਾਂਤਮਈ ਅਤੇ ਅਨੁਸ਼ਾਸਨੀ ਬਣਾ ਕੇ ਰੱਖਣ 'ਚ ਮਦਦ ਕੀਤੀ ਸੀਗੀ, ਤਾਂ ਉੱਥੇ ਨਾਲ ਦੀ ਨਾਲ ਜਿਹੜਾ ਹਕੂਮਤਾਂ ਜਦੋਂ ਕਿਸੇ ਵੀ ਸੰਘਰਸ਼ ਦੇ ਵਿੱਚ ਝਪਟਦੀਆਂ ਹੈਗੀਆਂ ਨੇ, ਜਾਂ ਉਹਨਾਂ ਦੀ ਬਦਨੀਅਤ ਹੁੰਦੀ ਹੈ ਝਪਟਣ ਦੀ, ਤਾਂ ਉਹਨੂੰ ਵੀ ਉਹਨੇ ਇੱਕ ਤਰ੍ਹਾਂ ਨਾਲ ਫੇਲ ਕੀਤਾ ਹੈਗਾ। ਤਾਂ ਉਹ ਬਹੁਤ ਸਾਰੇ ਜਿਹੜੇ ਰੀਤੀ ਰਿਵਾਜ ਆ, ਸਮਾਜਿਕ ਬੰਧਨ ਆ, ਘਰਾਂ ਦੀ ਚਾਰ ਦੀਵਾਰੀ ਜਾਂ ਰੂੜੀਵਾਦੀ
ਮਤਲਬ ਪਿਛਾਕੜੀ ਪਰੰਪਰਾਵਾਂ ਨੇ ਉਹਦੀਆਂ ਬੇੜੀਆਂ ਤੋੜ ਕੇ ਜਿਹੜਾ ਸਮਾਜਿਕ ਸੰਘਰਸ਼ਾਂ ਦੇ ਵਿੱਚ ਮਤਲਬ ਬਰਾਬਰ ਦੀਆਂ ਸੰਗੀ ਬਣ ਕੇ ਮਤਲਬ ਉਹ ਲੜੀਆਂ ਹੈਗੀਆਂ ਨੇ, ਮਤਲਬ ਸਾਰੇ ਵਖਰੇਵਿਆਂ ਤੋਂ ਉੱਠ ਕੇ ਉੱਪਰ। ਤਾਂ ਮਤਲਬ ਇਹ ਹੈਗਾ। ਹੁਣ ਇਹਦੇ ਵਿੱਚ ਹੱਲ ਕੀ ਹੋਣਾ ਚਾਹੀਦਾ, ਕਿਉਂਕਿ ਹੱਲ ਕਈ ਨੇ ਕਿ ਮਤਲਬ ਜਿਹੜੇ ਤਾਂ ਮਤਲਬ ਬਹੁਤ ਸਾਰੇ ਸੁਧਾਰਵਾਦੀ ਅੰਦੋਲਨ ਆ ਉਹ ਸਿਰਫ ਤਲਾਕ ਲੈਣ ਜਾਂ ਵੋਟ ਲੈਣ ਦਾ ਜਾਂ ਮਤਲਬ ਕੰਮ ਦੇ ਘੰਟਿਆਂ ਤੱਕ ਸੀਮਿਤ ਰਹਿ ਜਾਂਦਾ, ਅਤੇ ਫਿਰ ਉਹ ਜਾਂ ਥੋੜ੍ਹੀ ਬਹੁਤੀ ਸਮਾਜਿਕ ਪੈਦਾਵਾਰ 'ਚ ਹਿੱਸੇਦਾਰੀ ਤੱਕ ਜਾਂ ਸਿਰਫ ਮਰਦਾਂ ਦੇ ਵਿਰੋਧ ਤੱਕ ਹੀ ਮਤਲਬ ਔਰਤਾਂ ਦੇ ਸੰਘਰਸ਼ ਨੂੰ ਸੀਮਿਤ ਕਰ ਦਿੰਦੇ ਆ। ਤਾਂ ਉਹਨੂੰ ਆਪਾਂ ਨਾਰੀਵਾਦੀ ਕਹਿ ਦਿੰਦੇ ਹਾਂ ਵੀ ਉਹ ਕਹਿ ਦਿੰਦੇ ਆ ਵੀ ਔਰਤ ਤਾਂ ਕੁਦਰਤੀ ਤੌਰ 'ਤੇ ਕਮਜ਼ੋਰ ਹੈਗੀ ਆ, ਜਾਂ ਕਾਨੂੰਨ ਦੇ ਨਾਲ ਕਾਨੂੰਨੀ ਸਮਾਨਤਾ ਜਾਂ ਔਰਤ ਦੀ ਜਿਹੜੀ ਸਿੱਖਿਆ ਹੈਗੀ ਉਹਦੇ ਨਾਲ ਉਹ ਔਰਤ ਜਿਹੜੀ ਹੈਗੀ ਉਹਨੂੰ ਹੱਕ ਮਿਲ ਸਕਦੇ ਜਾਂ ਬਰਾਬਰਤਾ ਜਾਂ ਉਹਦੀ ਆਜ਼ਾਦੀ ਮਿਲ ਸਕਦੀ ਹੈਗੀ ਆ। ਅਤੇ ਮਤਲਬ ਉਹ ਇੱਥੇ ਤੱਕ ਸੀਮਿਤ ਕਰ ਦਿੰਦੇ ਹੈਗੇ ਆ। ਪਰ ਜਿਹੜੀ ਔਰਤ ਦੀ ਬਰਾਬਰੀ ਦਾ ਜਾਂ ਆਜ਼ਾਦੀ ਦਾ ਸਵਾਲ ਹੈਗਾ ਉਹ ਪੂਰੀ ਜਿਹੜੀ ਸਮੁੱਚੀ ਕਿਰਤੀ ਜਮਾਤ ਹੈਗੀ ਹੈ, ਕਿਰਤੀ ਵਰਗ ਹੈਗਾ, ਚਾਹੇ ਉਹ ਭਾਰਤ ਦਾ ਹੈਗਾ, ਚਾਹੇ ਉਹ ਕੌਮਾਂਤਰੀ ਪੱਧਰ 'ਤੇ ਦੁਨੀਆ ਪੱਧਰ ਦੇ ਉੱਤੇ ਹੈਗਾ, ਉਹਦੇ ਨਾਲ ਜੁੜਿਆ ਹੋਇਆ ਹੈਗਾ। ਇਹ ਜਿਹੜੀ ਧਾਰਾ ਹੈਗੀ ਆ ਕੋਈ ਨਵੀਂ ਨਹੀਂ ਹੈਗੀ। ਇਹ ਮਤਲਬ ਧਾਰਾ ਜਿਹੜੀ ਹੈਗੀ ਆ 19ਵੀਂ ਸਦੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਤਲਬ ਔਰਤਾਂ ਦੀਆਂ ਲੀਡਰ ਹੋਈਆਂ ਹੈਗੀਆਂ, ਜਿਵੇਂ ਕਲਾਰਾ ਜ਼ੈਟਕਿਨ, ਰੋਜ਼ਾ ਲਕਸਮਬਰਗ, ਅਲੈਗਜ਼ੈਂਡਰਾ ਕੋਲਨਤਾਈ, ਨਿਸਾਰ ਮੈਂਡ, ਤਿੰਨ ਜਿਹੜੀ ਕ੍ਰੁਪਸਕਾਇਆ ਵਗੈਰਾ, ਇਹ ਸਾਰੇ ਵੱਡੀਆਂ ਔਰਤਾਂ ਦੀਆਂ ਲੀਡਰ ਹੋਈਆਂ ਹੈਗੀਆਂ ਨੇ, ਜਿਨ੍ਹਾਂ ਨੇ ਮਤਲਬ ਜਦੋਂ 8 ਮਾਰਚ 1910 ਨੂੰ ਕੋਪਨਹੈਗਨ ਦੇ ਵਿੱਚ ਮਤਲਬ ਵੱਡੀ ਕਾਨਫਰੰਸ ਕੀਤੀ ਸੀ, ਜਿੱਥੇ ਔਰਤ ਕੌਮਾਂਤਰੀ ਦਿਵਸ ਵਜੋਂ ਮਨਾਉਣ ਦਾ ਉਹਨਾਂ ਨੇ ਮਤਾ ਉੱਥੇ ਪਾਸ ਕੀਤਾ ਸੀਗਾ। ਅਤੇ ਇਸ ਕਰਕੇ ਉਸ ਤੋਂ ਲੈ ਕੇ ਜਿਹੜੀਆਂ ਔਰਤਾਂ ਦੀਆਂ ਮੰਗਾਂ ਹੈਗੀਆਂ ਨੇ ਵੱਖ-ਵੱਖ, ਚਾਹੇ ਵੋਟ ਦੇ ਪਾਉਣ ਦਾ ਅਧਿਕਾਰ, ਚਾਹੇ ਕੰਮ ਦਿਹਾੜੀ ਦੀ ਜਿਹੜੀ ਹੈਗੀ ਉਹ 8 ਘੰਟੇ ਕਰਨ ਦਾ, ਜਾਂ ਤਲਾਕ ਲੈਣ ਦਾ, ਜਾਂ ਇਹ ਤੋਂ ਬਾਅਦ ਵੀ ਜਿਹੜੀ ਹੈਗੀ ਆ ਵੀ ਉਹ ਮਤਲਬ ਮੁਕਤੀ ਤੱਕ ਵੀ ਔਰਤਾਂ ਦੀ ਜਿਹੜੀ ਮੁਕਤੀ ਦਾ ਸਵਾਲ ਹੈਗਾ ਉਹਦੇ ਉੱਤੇ ਉਹਨਾਂ ਨੇ ਬਹੁਤ ਕੰਮ ਕੀਤਾ ਹੈਗਾ। ਤਾਂ ਜਦੋਂ ਆਪਾਂ ਇਸ ਕਰਕੇ ਜਦੋਂ ਆਪਾਂ ਦੇਖਦੇ ਹੈਗੇ ਆ ਵੀ ਔਰਤਾਂ ਦੀ ਆਜ਼ਾਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਸੰਸਾਰ ਦੀਆਂ ਪੂਰੀ ਆਬਾਦੀ ਦਾ ਅੱਧ ਬਣਦੀਆਂ ਹੈਗੀਆਂ, ਅਤੇ ਜੇ ਉਹ ਅੱਧ ਬਣਦੀਆਂ ਹੈਗੀਆਂ ਤਾਂ ਕੋਈ ਵੀ ਸਮਾਜ ਦੇ ਵਿੱਚ ਤਬਦੀਲੀ ਜੇ ਹੋਊਗੀ ਤਾਂ ਉਹ ਇਸ ਅੱਧ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਕਰਕੇ ਪੂਰੇ ਇਹ ਸਾਰੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਔਰਤ ਕੌਮਾਂਤਰੀ ਦਿਵਸ ਮਨਾਉਣ ਦਾ ਮਤਲਬ ਇਹ ਆ ਵੀ ਜਿਹੜੇ ਲੁੱਟੇ ਜਾਂਦੇ ਜਾਂ ਦੱਬੇ ਜਾਂਦੇ ਜਾਂ ਜਿਨ੍ਹਾਂ ਦੇ ਉੱਤੇ ਜ਼ਬਰ ਹੋ ਰਿਹਾ ਉਹ ਜਿਹੜਾ ਵਰਗ ਹੈਗਾ, ਅਤੇ ਉਸ ਵਰਗ ਨੂੰ ਮਤਲਬ ਸਾਂਝੇ ਹੋ ਕੇ ਦੁਨੀਆ ਭਰ ਦੇ ਵਿੱਚ ਸਾਂਝੀਆਂ ਮੰਗਾਂ ਦੇ ਉੱਤੇ ਮਤਲਬ ਇਕੱਠੇ ਹੋ ਕੇ ਮਤਲਬ ਲੜਨਾ ਚਾਹੀਦਾ ਹੈਗਾ, ਬਰਾਬਰਤਾ ਦੇ ਲਈ, ਸਾਰੇ ਵਰਗ ਦੀ ਸਮਾਨਤਾ ਦੇ ਲਈ। ਜਿਹੜੀਆਂ ਬਾਕੀ ਚੀਜ਼ਾਂ ਹੈਗੀਆਂ ਨੇ ਬਹੁਤ ਉਹਨੂੰ ਸੀਮਿਤ ਕਰਕੇ ਦੇਖਦੀਆਂ ਹੈਗੀਆਂ ਨੇ, ਮਤਲਬ ਉਹ ਤੋਂ ਉੱਪਰ ਉੱਠ ਕੇ ਮਨਾਉਣ ਦੇ ਨਾਲ ਹੀ ਔਰਤ ਦੀ ਮੁਕਤੀ ਜਿਹੜੀ ਹੈਗੀ ਆ ਉਹ ਸੰਭਵ ਹੋ ਸਕਦੀ ਹੈਗੀ ਆ। ਤਾਂ ਇਹਦੇ ਲਈ ਔਰਤਾਂ ਨੂੰ ਖੁਦ ਮਤਲਬ ਇੱਕ ਵੱਡੀ ਜਿਹੜੀ ਵਿਚਾਰਧਾਰਕ ਤੌਰ ਦੇ ਉੱਤੇ ਮਜ਼ਬੂਤ ਜਿਹੜੀ ਜਥੇਬੰਦੀ ਹੈਗੀ ਆ ਉਹ ਜਾਂ ਔਰਗੇਨਾਈਜੇਸ਼ਨ ਜਿਹੜੀ ਬਣਾਉਣੀ ਚਾਹੀਦੀ ਆ, ਉਹ ਚਾਹੇ ਖੇਤਰੀ ਪੱਧਰ 'ਤੇ ਹੋਵੇ, ਚਾਹੇ ਉਹ ਦੇਸ਼ ਪੱਧਰ 'ਤੇ ਹੋਵੇ, ਚਾਹੇ ਉਹ ਕੌਮਾਂਤਰੀ ਪੱਧਰ 'ਤੇ ਹੋਵੇ। ਤਾਂ ਇਹਦੇ ਲਈ ਯਤਨ ਜੇ ਹਕੀਕੀ ਰੂਪ ਦੇ ਵਿੱਚ ਹੋਣਾ ਹੈ, ਸਿਰਫ ਕਾਲਪਨਿਕ ਤੌਰ ਦੇ ਉੱਤੇ ਔਰਤਾਂ ਦੀ ਆਜ਼ਾਦੀ ਦੀ ਗੱਲ ਹੀ ਕੋਈ ਮਾਇਨੇ ਨਹੀਂ ਰੱਖਦੀ। ਮਤਲਬ ਜੇ ਉਹ ਕੋਈ ਅਮਲੀ ਤੌਰ 'ਤੇ ਹਕੀਕੀ ਤੌਰ 'ਤੇ ਜੇ ਕੋਈ ਹੈਗਾ ਮਤਲਬ ਔਰਤਾਂ ਦੀ ਆਜ਼ਾਦੀ ਦਾ ਕੋਈ ਸਵਾਲ ਹੈਗਾ, ਤਾਂ ਉਹ ਇਸ ਗੱਲ ਕਰਕੇ ਉਠਾਉਣਾ ਪੈਣਾ ਹੈਗਾ ਵੀ ਜਿਹੜੇ ਵੱਖ-ਵੱਖ ਤਬਕੇ ਆਪਦੀਆਂ ਬੁਨਿਆਦੀ ਮੰਗਾਂ ਨੂੰ ਲੈ ਕੇ ਲੜਦੇ ਹੈਗੇ ਆ, ਤਾਂ ਉਸੇ ਤਰ੍ਹਾਂ ਔਰਤਾਂ ਨੂੰ ਵੀ ਉਹਨਾਂ ਦੇ ਨਾਲ ਬਰਾਬਰ ਦਾ ਹਿੱਸੇਦਾਰ ਹੋ ਕੇ ਅਤੇ ਮਜ਼ਬੂਤ ਜਿਹੜਾ ਮਤਲਬ ਵਿਚਾਰਧਾਰਕ ਤੌਰ ਦੇ ਉੱਤੇ ਜਿਹੜੀ ਹੈਗੀ ਆ ਇੱਕ ਔਰਗੇਨਾਈਜੇਸ਼ਨ ਦੀ ਮਤਲਬ ਉਹਦੇ ਲਈ ਯਤਨ ਕਰਨੇ ਚਾਹੀਦੇ। ਅਤੇ ਇਹੀ ਮਤਲਬ 8 ਮਾਰਚ ਦੀਆਂ ਮਤਲਬ ਦਾ ਸੁਨੇਹਾ ਸਾਰੇ ਮਤਲਬ ਦੁਨੀਆ ਭਰ ਦੀਆਂ ਔਰਤਾਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ।